संगत, आपने ਹੁਣ तक गुरबाणी के कीर्तन का और विचारों का लाभ उठाया है। समय नूं सफला किया है, क्योंकि समा वही सफला है जो प्रभु वाहिगुरू की याद में गुजरता है। बाकी समा सफला नहीं। उम्र ओहा विच लेखे दे जो याद साईं विच गुजरे पौंदी मुजरे, नहीं तो सानू हासिल की है विच नीले हुजरे संजते फजरे। तो वो समा लेखे विच जो वाहिगुरू की याद विच गुजरता है। हुण तक बाणी और कीर्तन विचारों का लाभ उठाया। थोड़ा जिहा समा होर जो अपने पास है, इसनूं भी सफला करो। इस दे वास्ते लोड़ है ख्याल नूं बाहरों रोक के रखो। बच्चों नूं चुप रखण दी लोड़ है, क्योंकि इत्थे कीर्तन ते विचार हुंदी है। थोड़ी जी आवाज़, थोड़ा जिहा खड़का भी उत्थे बड़ा पारा विघनकारी हो जाया करता। इस वास्ते बच्चों वाले बीबियां नूं अपने आप ही बच्चों नूं चुप रखण दी खेचल करनी चाहिए है। हुण आओ शब्द विच बोलिया करो। तीन निश्चय विच बोलना, पहले दास बोलिया करेगा, फिर सारे भाई, तीसरे पासे सब बीबियां गज बज के बोलिया करो। मैं जन तेरा मोहे ना विसारू, मैं जन तेरा मोहे ना विसारू, मेरी संगत पोच सोच दिन राती, मेरा कर्म कुटलता जन्म कुपाती। राम गुसैया जी के जीवना, मोहे ना विसारो मैं जन तेरा, मोहे ना विसारो जी मैं जन तेरा।
जन करो सुभाई, चरण न छाडो शरीर कल जाई। कैरव दास परों तेरी सांभा, वेद मिलो जन कर न बिलावा। मोहि ना विसारो जी, मैं जन तेरा, मैं जन तेरा। मोहि ना विसारो, मैं जन तेरा, मैं जन तेरा। मोहि ना विसारो जी, मैं जन तेरा, मैं जन तेरा। मोहि ना विसारो जी, मैं जन तेरा, मैं जन तेरा, मैं जन तेरा।
ਸਾਧ ਸੰਗਤ ਆਪਣੇ ਖਿਆਲਾਂ ਨੂੰ ਬਾਹਰੋਂ ਰੋਕਣ ਦੀ ਖੇਚਲ ਕਰੋ। ਸਤਸੰਗੀ ਪੁਰਸ਼ ਵਾਸਤੇ ਪੂਰਾ ਲਾਭ ਉਠਾਉਣਾ ਹੋਵੇ ਤਾਂ 3 ਸੁਨਹਿਰੀ ਅਸੂਲ ਦੱਸੇ ਹਨ। ਸ਼ਰਧਾ, ਦੂਸਰਾ ਨਿਰਮਾਣਤਾ, ਤੀਸਰਾ ਚਿੱਤ ਦੀ ਇਕਾਗਰਤਾ। ਇਹਨਾਂ ਤਿੰਨਾਂ ਗੁਣਾਂ ਨੂੰ ਮੁੱਖ ਰੱਖ ਕੇ ਜੋ ਸਤਸੰਗ ਕਰਨ ਦਾ ਆਦੀ ਹੈ, ਸਤਸੰਗ ਕਰਨ ਦਾ ਸੁਭਾਅ ਬਣਾ ਲਿਆ ਜਿਸਨੇ, ਉਸਦੇ ਜਨਮ ਦੀ ਸਫਲਤਾ ਵਿੱਚ ਕੋਈ ਸੰਸ਼ਾ ਨਹੀਂ ਹੈ। ਉਹ ਪੂਰਾ ਸਤਸੰਗ ਤੋਂ ਲਾਭ ਉਠਾਇਆ ਕਰਦਾ ਹੈ। ਸਕੂਲਾਂ ਕਾਲਜਾਂ ਤੋਂ ਬਿਨਾਂ ਜਿਵੇਂ ਦੁਨਿਆਵੀ ਵਿੱਦਿਆ, ਦੁਨਿਆਵੀ ਐਜੂਕੇਸ਼ਨ ਪ੍ਰਾਪਤ ਨਹੀਂ ਹੁੰਦੀ, ਇਸੀ ਤਰ੍ਹਾਂ ਹੀ ਸਤਸੰਗ ਤੋਂ ਬਿਨਾਂ ਸਤ ਦੇ ਪਾਸੇ ਦੀ ਵਿੱਦਿਆ, ਯਾਨੀ ਪਰਮਾਰਥਕ ਵਿੱਦਿਆ, ਰੱਬ ਦੇ ਪਾਸੇ ਦੀ, ਸਤ ਦੇ ਪਾਸੇ ਦੀ ਸੋਝੀ ਨਹੀਂ ਪਿਆ ਕਰਦੀ। ਇਸ ਵਾਸਤੇ ਮਾਨਵ ਤਨ ਧਾਰ ਕੇ ਜਿਸ ਮਾਨਵ ਤਨ ਦਾ ਅਸਲ ਮੁੱਖ ਪ੍ਰਯੋਜਨ ਭਈ ਪ੍ਰਾਪਤ ਮਾਨਵ ਪ੍ਰਕਿਰਿਆ, ਗੋਬਿੰਦ ਮਿਲਣ ਕੀਏ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਮੁੱਖ ਉਦੇਸ਼ ਜਿਸ ਦਾ ਇਹ ਕੁਛ ਹੈ, ਉਸ ਦੇ ਵਾਸਤੇ ਪਹਿਲਾ ਸਾਧਨ ਸਤਸੰਗ ਹੀ ਦੱਸਿਆ। ਸਤਸੰਗ ਦੁਆਰਾ ਹੀ बड़े बड़े निषिद्ध पुरुष जो ठग, डाकू, धाड़वी, दुराचारी उच्च पदवियां ਨੂੰ ਪ੍ਰਾਪਤ ਹੋਏ ਹਨ। ਮਾਨਵ ਤਨ ਸਫਲੇ ਕੀਤੇ, ਅੱਜ ਤੱਕ ਉਹਨਾਂ ਦੇ ਨਾਮ ਅਮਰ ਤੇ ਅਟਲ ਹਨ। ਆਪ ਤਰੇ ਕੁਲਾਂ ਤਰੀਆਂ, ਇੱਕ ਦੇ ਪਿੱਛੇ ਲੱਖਾਂ ਲੱਖਾਂ ਕਰੋੜਾਂ ਕਰੋੜਾਂ ਦਾ ਉਧਾਰ ਪਾਇਆ। ਇਸ ਵਾਸਤੇ ਸਤਸੰਗ ਦੀ ਮਹਿਮਾ ਕਥਨੀ ਹੈ। ਤਦੇ ਹੀ ਸਾਹਿਬ ਗੁਰੂ ਪੰਚਮ ਪਾਤਸ਼ਾਹ ਸਤਸੰਗ ਦੀ ਮਹਿਮਾ ਉੱਪਰ ਇੱਕ ਸ਼ਬਦ ਵਰਣਨ ਕਰਕੇ ਸਾਨੂੰ ਇਉਂ ਦੱਸਦੇ ਹਨ। ਸੁਣਿਓ ਮੇਰੇ ਮੀਤਾ ਜੀ ਮਹਿਮਾ ਸਤਸੰਗ ਦੀ, ਸੁਣਿਓ ਮੇਰੇ ਮੀਤਾ ਮਹਿਮਾ ਸਤਸੰਗ ਦੀ, ਸੁਣਿਓ ਮੇਰੇ ਮੀਤਾ ਜੀ ਮਹਿਮਾ ਸਤਸੰਗ ਦੀ, ਸੁਣਿਓ ਮੇਰੇ ਮੀਤਾ ਜੀ ਮਹਿਮਾ ਸਤਸੰਗ ਦੀ।
मंगल पर्वत पार परे, खल चतुर्भ कीता, अंधले तिरपण सूझिया, गुरु भेट पुनीता, महिमा साधु संग की, सुनो मेरे मीता। साहिब गुरु पंचम पातशाह गुरु अर्जन देव महाराज सत्संग की महिमा उपर ਵੱਡਾ ਸ਼ਬਦ ਉਚਾਰਨ ਕਰਕੇ ਸਾਨੂੰ ਪਿਆਰ ਨਾਲ ਸਮਝਾਉਂਦੇ ਹਨ। ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ। ਐ ਮੇਰੇ ਮਿੱਤਰ ਜਨ ਪ੍ਰੇਮੀਓ, ਸਤਸੰਗ ਦੀ ਮਹਿਮਾ ਧਿਆਨ ਦੇ ਕੇ ਸੁਣੋ। ਸਤਸੰਗ ਕਰਨ ਵਾਲਾ ਪੁਰਸ਼ ਕਿਸ ਉੱਚ ਪਦਵੀ ਨੂੰ ਪ੍ਰਾਪਤ ਹੁੰਦਾ ਹੈ? ਜਿਸ ਸਤ ਵਾਹਿਗੁਰੂ ਤੋਂ ਵਿਛੜਿਆ ਹੈ, ਜਿਸ ਆਨੰਦ ਦੇ ਸਾਗਰ ਵਾਹਿਗੁਰੂ ਤੋਂ ਵਿਛੜ ਕੇ ਜੀਵ ਅਲਪਗ ਬਣ ਗਿਆ, ਦੁਖੀ ਹੋ ਗਿਆ, ਅਨੇਕਾਂ ਦੁੱਖਾਂ ਤਕਲੀਫਾਂ ਦਾ ਸ਼ਿਕਾਰ ਹੋ ਗਿਆ, ਉਸ ਨੂੰ ਮਿਲ ਕੇ ਉਹ ਜਿਹਾ ਹੀ ਬਣ ਜਾਂਦਾ ਹੈ ਜਦੋਂ ਇਸ ਨੂੰ ਸਤਸੰਗ ਨਸੀਬ ਹੋਵੇ। ਸਤਿਗੁਰੂ ਨਾਨਕ ਦੇਵ ਮਹਾਰਾਜ ਅੱਜ ਸਮੁੰਦਰ 'ਤੇ ਤੁਰੇ ਜਾਂਦੇ ਨੇ। ਭਾਈ ਬਾਲਾ ਤੇ ਮਰਦਾਨਾ ਪਿੱਛੇ ਹਨ। ਬੜੀ ਦੇਰ ਹੋ ਗਈ, ਤੁਰੇ ਜਾਂਦੇ ਨੇ। ਮਰਦਾਨਾ ਪੁੱਛਣਗੇ ਗਰੀਬ ਨਵਾਜ਼, ਅਸੀਂ ਕਾਹਤੇ ਜਾ ਰਹੇ ਹਾਂ? ਸਾਡੇ ਪੈਰਾਂ ਦੇ ਥੱਲੇ ਕੀ ਚੀਜ਼ ਹੈ? ਗੁਰੂ ਜੀ ਕਹਿਣ ਲੱਗੇ, ਭਾਈ ਮਰਦਾਨਾ, ਅਸੀਂ ਮੱਛ ਦੀ ਪਿੱਠ 'ਤੇ ਜਾ ਰਹੇ ਹਾਂ। ਮਰਦਾਨਾ ਕਹਿਣ ਲੱਗਾ, ਮਹਾਰਾਜ ਕਦੇ ਚੱਲੇ ਹਾਂ, ਮੁੱਕਣ 'ਚ ਹੀ ਨਹੀਂ ਆਉਂਦਾ, ਕਿਤਨਾ ਵੱਡਾ ਮੱਛ ਹੈ। ਕਹਿਣ ਲੱਗੇ 100 ਮੀਲ ਲੰਬਾ ਮੱਛ ਹੈ। ਇਹ ਸੁਣ ਕੇ ਮਰਦਾਨਾ ਹੈਰਾਨ ਹੋ ਗਿਆ। 100 ਮੀਲ ਲੰਬਾ, ਇੱਦੋਂ ਵੀ ਵੱਡੇ ਵੱਡੇ ਮੱਛ ਸਮੁੰਦਰ ਵਿੱਚ ਹਨ। ਸੋ ਤੁਰੇ ਜਾਂਦੇ ਜਾਂਦੇ ਇਉਂ ਕਈ ਦੇਰ ਵਿੱਚ ਉੱਥੇ ਪਹੁੰਚੇ। ਜਿਹੜਾ 100 ਮੀਲ ਲੰਬਾ ਮੱਛ, ਉਹਦਾ ਸਿਰ ਕਿਤਨਾ ਵੱਡਾ ਹੋਣਾ। ਉਸ ਦੇ ਉੱਪਰ ਜਾ ਕੇ ਰਾਤ ਕੱਟੀ ਤਾਂ ਸਵੇਰ ਸਾਰ ਉਸਦੇ ਸਰੀਰ ਦਾ ਅੰਤ ਹੋ ਗਿਆ। ਉਹਦੇ ਸਰੀਰ ਵਿੱਚੋਂ ਰੂਹ ਨਿਕਲ ਕੇ ਆਸਮਾਨ ਦੇ ਵਿੱਚ ਰੋਸ਼ਨੀ ਹੋਈ। ਉਸਤਤੀ ਕਰਨੀ ਸ਼ੁਰੂ ਕੀਤੀ। ਮਹਾਰਾਜ ਬੜੀ ਕਿਰਪਾ ਕੀਤੀ, ਆਪਨੇ ਮੇਰੇ ਸ਼ਰਾਪ ਦਾ ਖਾਤਮਾ ਕੀਤਾ। ਇਹ ਗੱਲ ਸੁਣ ਕੇ ਗੁਰੂ ਜੀ ਕਹਿਣਗੇ, ਭਾਈ ਬਾਲਾ, ਇਸ ਨੂੰ ਪੁੱਛੇ ਕੌਣ ਹੈ? ਇਸ ਨੂੰ ਸ਼ਰਾਪ ਕਿਸ ਨੇ ਦਿੱਤਾ? ਸ਼ਰਾਪ ਦੇ ਖਾਤਮੇ ਦੀ ਬਾਬਤ ਕਿਵੇਂ ਗੱਲਬਾਤ ਹੋਈ? ਆਪਣੀ ਹਕੀਕਤ ਸਾਰੀ ਖੋਲ੍ਹ ਕੇ ਦੱਸੇ। ਭਾਈ ਬਾਲੇ ਨੇ ਪੁੱਛਿਆ, ਤੂੰ ਆਪਣੀ ਸਾਰੀ ਹਕੀਕਤ ਖੋਲ੍ਹ ਕੇ ਦੱਸ। ਉਸਨੇ ਕਿਹਾ, ਮੈਂ ਤ੍ਰੇਤੇ ਯੁੱਗ ਦੇ ਵਿੱਚ, ਸਤਯੁਗ, ਤ੍ਰੇਤਾ, ਦੁਆਪਰ ਅਤੇ ਕਲਯੁਗ ਸਮੇਂ ਦੀ ਵੰਡਿਓ ਕੀਤੀ ਹੈ ਸਿਆਣੇ ਪੁਰਸ਼ਾਂ ਨੇ। ਸਤਯੁਗ ਦੇ ਵਿੱਚ ਲੱਖ ਲੱਖ ਵਰ੍ਹੇ ਦੀ ਉਮਰ ਹੁੰਦੀ ਪ੍ਰਾਣੀ ਦੀ। ਤ੍ਰੇਤੇ ਵਿੱਚ 10-10 ਹਜ਼ਾਰ ਵਰਸ ਦੀ ਉਮਰ ਹੁੰਦੀ। ਦੁਆਪਰ ਯੁੱਗ ਦੇ ਵਿੱਚ 1000-1000 ਵਰ੍ਹਾ ਹੁੰਦੀ। ਔਰ ਕਲਯੁਗ ਵਿੱਚ 100 ਸਾਲ ਦੀ ਆਯੂ ਦੱਸੀ। ਕਹਿਣ ਲੱਗਾ, ਤ੍ਰੇਤੇ ਯੁੱਗ ਦੇ ਵਿੱਚ ਮੈਂ ਮਿਥਿਲਾਪੁਰੀ ਵਿੱਚ ਰਹਿੰਦਾ ਹੁੰਦਾ ਸੀ। ਮਿਥਿਲਾਪੁਰੀ ਉਹ ਪੁਰੀ ਹੈ ਜਿੱਥੋਂ ਦਾ ਰਾਜਾ ਜਨਕ ਰਾਜਾ ਸੀ। ਰਾਜਾ ਜਨਕ ਬ੍ਰਹਮ ਗਿਆਨੀ ਸੀ, ਜਿਸ ਦੀ ਬਾਤ ਭਾਈ ਸਾਹਿਬ ਭਾਈ ਗੁਰਦਾਸ ਗੁਰੂ ਕਰਦੇ ਵੇਦ ਵਿਆਸ ਇਉਂ ਕਹਿੰਦੇ ਹਨ। ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ। ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ। ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ। ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ।
ਭਗਤ ਵਡਾ ਰਾਜਾ ਜਨਕ ਹੈ। ਗੁਰਮੁਖ ਮਾਇਆ ਵਿੱਚ ਉਦਾਸੀ। ਰਾਜਾ ਜਨਕ ਜੀ ਮਿਥਿਲਾਪੁਰੀ ਦੇ ਰਾਜਾ ਸਨ। ਰਾਜਾ ਹੋਣ ਦੇ ਬਾਵਜੂਦ ਬ੍ਰਹਮ ਗਿਆਨੀ ਵੀ ਸਨ। ਬ੍ਰਹਮ ਗਿਆਨੀ ਉਸ ਨੂੰ ਕਹਿੰਦੇ ਹਨ ਜੋ ਬ੍ਰਹਮ ਕੀਏ ਪਰਮੇਸ਼ਰ ਨੂੰ ਮਿਲਿਆ ਹੁੰਦਾ। ਉਹ ਮਾਇਆ ਵਿੱਚ ਨਿਰਲੇਪ ਰਹਿਣ ਨੂੰ ਹੀ ਸਮਰੱਥ ਹੁੰਦਾ ਹੈ। ਜੈਸੇ ਜਲ ਮੇਂ ਕਮਲ ਨਰਾਲਮ ਮਰਗਾਈ ਨੇ ਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਬਖਾਣੇ। ਮਰਗਾਬੀ ਜਿਵੇਂ ਸਾਰਾ ਦਿਨ ਪਾਣੀ ਵਿੱਚ ਤੈਰਦੀ ਹੈ, ਪਰ ਜਦੋਂ ਪਾਣੀ ਤੋਂ ਬਾਹਰ ਨਿਕਲਦੀ ਹੈ ਉਹਦੇ ਖੰਭ ਸੁੱਕੇ ਦੇ ਸੁੱਕੇ। ਪਰਮੇਸ਼ਰ ਨੇ ਇਹੋ ਜਿਹੀ ਤਾਸੀਰ ਰੱਖੀ ਉਹਦੇ ਖੰਭਾਂ ਵਿੱਚ, ਉਹਨਾਂ ਵਿੱਚ ਪਾਣੀ ਪ੍ਰਵੇਸ਼ ਹੀ ਨਹੀਂ ਕਰਦਾ। ਇਸੀ ਤਰ੍ਹਾਂ ਕਮਲ ਦੀ ਬਾਬਤ ਦੱਸਿਆ ਹੈ, ਕਮਲ ਪਾਣੀ ਵਿੱਚ ਹੀ ਹੁੰਦਾ ਹੈ, ਲੇਕਿਨ ਉਹਦੇ ਪੱਤਿਆਂ ਵਿੱਚ ਪਾਣੀ ਦਾ ਪ੍ਰਵੇਸ਼ ਨਹੀਂ ਹੋਇਆ ਕਰਦਾ। ਇਸੀ ਤਰ੍ਹਾਂ ਹੀ ਜਿਵੇਂ ਇਹ ਪਾਣੀ ਵਿੱਚ ਨਿਰਲੇਪ ਰਹਿੰਦੇ ਹਨ, ਇਸੀ ਤਰ੍ਹਾਂ ਗੁਰਮੁਖ ਮਾਇਆ ਵਿੱਚ ਰਹਿੰਦਾ ਹੋਇਆ ਇਉਂ ਨਿਰਲੇਪ ਹੈ। ਨਦੀ ਤਰੰਦੜੀ ਮੈਂਡਾ ਖੋਜ ਨ ਖੁੱਬੈ, ਮੱਝ ਮੁਹੱਬਤ ਤੇਰੀ ਤੈਂ ਸ਼ੌ ਚਰਨੀ ਮੈਂਡਾ ਹੀੜਾ ਸੀਤਮ, ਹਰ ਨਾਨਕ ਤੁਲਹਾ ਬੇੜੀ। ਇਉਂ ਸਮੁੰਦਰ ਨੂੰ ਤਰਨ ਵਾਸਤੇ ਵਹਿਦੇ ਚਰਨ ਬੇੜੀ ਰੂਪ ਜਹਾਜ਼ ਰੂਪ ਹਨ। ਤੇਰਾ ਨਾਮ ਤੁਲਹਾ ਬੇੜੀ ਚੜ ਕੇ ਪਾਰ ਲੰਘਣਾ, ਤੇਰਾ ਨਾਮ ਤੁਲਹਾ ਚੜ ਕੇ ਪਾਰ ਲੰਘਣਾ। ਤੇਰਾ ਨਾਮ ਤੁਲਹਾ ਬੇੜੀ ਚੜ ਕੇ ਪਾਰ ਲੰਘਣਾ, ਤੇਰਾ ਨਾਮ ਤੁਲਹਾ ਬੇੜੀ ਚੜ ਕੇ ਪਾਰ ਲੰਘਣਾ।
ਜਿਵੇਂ ਬੇੜੀ ਕਈ ਜਹਾਜ਼ ਜਾਂ ਸਟੀਮਰ 'ਤੇ ਸਵਾਰ ਹੋ ਕੇ ਹਜ਼ਾਰ ਹਾਂ ਮਰਬਾ ਮੀਲ ਦਾ ਪਾਣੀ, ਜਿਸ ਦੇ ਵਿੱਚ ਬੜੇ ਬੜੇ ਮੱਛ ਕੱਛ ਹਨ, ਆਸਾਨੀ ਨਾਲ ਉਹਨਾਂ ਨੂੰ ਤਰ ਸਕੀਂਦਾ ਹੈ। ਇਸੀ ਤਰ੍ਹਾਂ ਸੰਸਾਰ ਸਮੁੰਦਰ ਦੇ ਤਰਨ ਵਾਸਤੇ ਵੀ ਨਾਮ ਰੂਪੀ ਜਹਾਜ਼ ਦੀ ਲੋੜ ਹੈ। ਇਹ ਬੇੜੀ ਦਾ ਜਹਾਜ਼ ਦਾ ਕੰਮ ਕਰਦਾ ਹੈ। ਇਉਂ ਰਾਜਾ ਜਨਕ ਜਿਹਦੀ ਬਾਬਤ ਦੱਸਿਆ ਹੈ, ਭਗਤ ਬੜਾ ਰਾਜਾ ਜਨਕ ਹੈ। ਗੁਰਮੁਖ ਮਾਇਆ ਵਿੱਚ ਉਦਾਸੀ, ਭਾਵੇਂ ਰਾਜ ਭਾਗ ਵਿੱਚ ਸੀ। ਰਾਜ ਭਾਗ ਜਿੱਥੇ ਵੀ ਉੱਥੇ ਧਨ ਪਦਾਰਥ ਮਾਇਆ ਦਾ ਘਾਟਾ ਨਹੀਂ ਹੁੰਦਾ, ਪਰ ਫਿਰ ਵੀ ਮਾਇਆ ਦਾ ਅੰਸ਼ਕ ਮਾਤਰ ਉਹਦੇ ਚਿੱਤ ਵਿੱਚ ਪਕੜ ਨਹੀਂ ਸੀ, ਅਟੈਚਮੈਂਟ ਨਹੀਂ ਸੀ। ਮਾਇਆ ਵਿੱਚ ਬਿਲਕੁਲ ਨਿਰਲੇਪ ਸੀ। ਗੁਰਮੁਖ ਮਾਇਆ ਵਿੱਚ ਉਦਾਸੀ ਇਉਂ ਸੀ। ਸੋ ਇਉਂ ਰਾਜਾ ਜਨਕ ਜਿਹਦੀ ਬਾਬਤ ਦੱਸਦੇ ਹਨ, ਉਹ ਅਸ਼ਟਾਵਕਰ ਜੀ ਦਾ ਸ਼ਿਸ਼ ਸੀ। ਇੱਕ ਦਫਾ ਰਾਜਾ ਜਨਕ, ਗਰਮੀ ਦਾ ਮੌਸਮ, ਤਹਿਖਾਨੇ, ਉਹਨਾਂ ਸਮਿਆਂ ਦੇ ਵਿੱਚ ਸਾਡੇ ਦੇਸ਼ ਵਿੱਚ ਤਹਿਖਾਨੇ ਕਈ ਜ਼ਮੀਨ ਦੇ ਵਿੱਚ ਮਕਾਨ ਬਣਾਏ ਹੁੰਦੇ। ਰਾਜੇ ਮਹਾਰਾਜਿਆਂ ਦੇ ਜੇਠ ਹਾੜ ਦੇ ਮਹੀਨੇ ਜਦੋਂ ਕਿ ਬਾਹਰ ਲੂਆਂ ਚੱਲਦੀਆਂ ਸਨ, ਉਹ ਠੰਡੇ ਰਹਿੰਦੇ ਸਨ। ਸਰਦੀ ਦੇ ਮੌਸਮ ਵਿੱਚ ਕੁਛ ਨਿੱਘੇ ਰਹਿੰਦੇ ਸਨ। ਸਿਰਫ ਸਾਉਣ ਭਾਦੋਂ 2 ਮਹੀਨੇ ਜਦੋਂ ਬਰਸਾਤ ਪੈਂਦੀ ਸੀ, ਉਸ ਮੌਸਮ ਵਿੱਚ ਉਹ ਜ਼ਰਾ ਅਨੁਕੂਲ ਨਹੀਂ ਸਨ ਹੁੰਦੇ। ਬਾਕੀ ਸਾਰੇ ਮੌਸਮਾਂ ਦੇ ਵਿੱਚ ਉਹ ਫਾਇਦੇਮੰਦ ਸਾਬਤ ਹੁੰਦੇ ਸਨ। ਇਉਂ ਦੁਪਹਿਰ ਦਾ ਵੇਲਾ, ਜੇਠ ਹਾੜ ਦਾ ਮਹੀਨਾ, ਰਾਜਾ ਜਨਕ ਦੁਪਹਿਰ ਦਾ ਪ੍ਰਸ਼ਾਦ ਛਕ ਕੇ ਆਰਾਮ ਬਸ ਹੋਇਆ। ਰਾਣੀਆਂ ਪੱਖਾ ਮਾਰ ਰਹੀਆਂ ਹਨ ਅਤੇ ਰਾਜਾ ਜਨਕ ਨੂੰ ਸੁਪਨਾ ਆਉਂਦਾ ਹੈ। ਜਾਗਰਤ ਸੁਪਨ ਸੁਖੋਵਤ ਤੁਰੀਆ, ਆਤਮ ਭੂਵਤ ਕੀਏ ਪੁਰੀਆ। ਆਤਮਾ ਰੂਪੀ ਰਾਜਾ ਹੈ। ਇਸ ਦੀਆਂ ਜਾਗਰਤ, ਸੁਪਨ, ਸੁਖੋਵਤ ਔਰ ਤੁਰੀਆ, ਇਹ 4 ਅਵਸਥਾਵਾਂ ਹਨ। ਜਿਵੇਂ ਇੱਕ ਰਾਜਾ ਦੀਵਾਨਖਾਨੇ ਵਿੱਚ ਬੈਠ ਕੇ ਆਪਣਾ ਦਰਬਾਰ ਲਗਾਉਂਦਾ ਹੈ। ਜਦੋਂ ਆਪਣੇ ਅੰਤःਪੁਰ ਵਿੱਚ ਆ ਜਾਂਦਾ ਹੈ, ਉਸ ਅੰਤःਪੁਰ ਦੀ 4 ਦੀਵਾਰੀ ਦੇ ਵਿੱਚ ਜਿਤਨੇ ਫੈਮਿਲੀ ਮੈਂਬਰਸ ਹੁੰਦੇ ਹਨ, ਉਹਨਾਂ ਨਾਲ ਗੱਲਬਾਤ ਕਰਦਾ ਹੈ ਕਿ ਵੀ ਆਪਣੀ ਘਰੋਗੀ ਵਿਹਾਰ ਕਰਦੀ। ਉਸ ਤੋਂ ਬਾਅਦ ਜਦੋਂ ਥੱਕ ਜਾਂਦਾ ਹੈ, ਆਪਣੇ ਬੈੱਡਰੂਮ 'ਤੇ ਚਲਾ ਜਾਂਦਾ ਹੈ, ਅਲੱਗਾ ਕਮਰੇ ਵਿੱਚ ਚਲਾ ਜਾਂਦਾ ਹੈ, ਉੱਥੇ ਜਾ ਕੇ ਸੌਂ ਜਾਂਦਾ ਹੈ। ਉੱਠ ਕੇ ਫਿਰ ਇਸ਼ਨਾਨ ਵਗੈਰਾ ਕਰਕੇ ਆਪਣੇ ਪ੍ਰਭੂ ਦੇ ਕਮਰੇ ਵਿੱਚ ਚਲਾ ਜਾਂਦਾ ਹੈ।
ਉੱਥੇ ਆਪਣੇ ਪ੍ਰਭੂ ਦੇ ਵਿੱਚ ਲੀਨ ਹੁੰਦਾ ਹੈ। ਇਹ ਉਸ ਇੱਕ ਰਾਜਾ ਦੀਆਂ 4 ਅਵਸਥਾ ਹੋਈਆਂ। ਇਸੀ ਤਰ੍ਹਾਂ ਆਤਮਾ ਰੂਪੀ ਰਾਜਾ ਹੈ। ਇਸ ਦੀਆਂ ਆਤਮਾ ਸਭ ਦਾ ਆਪਣਾ ਆਪਾ ਹੈ। ਪਰਮਾਤਮਾ ਦਾ ਪੁੱਤਰ ਅਸੀਂ ਸਾਰੇ ਜਿਸਮ ਨਹੀਂ ਹਾਂ, ਅਸੀਂ ਆਤਮਾ ਹਾਂ। ਆਤਮਾ ਪਰਮਾਤਮਾ ਦਾ ਪੁੱਤਰ ਹੈ। ਅਸੀਂ ਸਾਰੇ ਆਤਮ ਸ਼ਹਿਜ਼ਾਦੇ ਹਾਂ। ਸੋ 4 ਅਵਸਥਾ ਆਤਮਾ ਦੀਆਂ ਦੱਸੀਆਂ, ਜਾਗਰਤ, ਸੁਪਨ, ਸੁਖੋਪਤ ਔਰ ਤੁਰੀਆ। ਇਹ ਤਿੰਨਾਂ ਅਵਸਥਾ ਵਿੱਚ ਇੱਕੋ ਜਿਹਾ ਨਹੀਂ। ਜਾਗਰਤ ਅੱਖਾਂ ਵਿੱਚ ਹੁੰਦਾ ਹੈ ਜੋ ਬਾਝ ਪ੍ਰਪੰਚ ਦੇਖਦਾ ਹੈ। ਜਦੋਂ ਭੂਖ ਨੀਂਦ ਯਾਨੀ ਸੁਪਨਾ ਆਉਂਦਾ ਹੈ, ਕੰਠ ਵਿੱਚ ਗੀਤਾ ਨਾੜੀ ਹੈ, ਬਹੁਤ ਬਰੀਕ ਨਾੜੀ ਹੈ, ਉਹਦੇ ਵਿੱਚ ਮਨ ਪ੍ਰਵੇਸ਼ ਕਰਦਾ ਹੈ। ਉੱਥੇ ਸੁਪਨ ਅਵਸਥਾ ਹੁੰਦੀ ਹੈ, ਉਹਨੂੰ ਸੁਪਨ ਅਵਸਥਾ ਕਹਿੰਦੇ ਹਨ। ਉੱਥੇ ਸੁਪਨ ਪ੍ਰਪੰਚ ਰਚਦਾ ਹੈ। ਫਿਰ ਉਸ ਤੋਂ ਅੱਗੇ ਹਿਰਦੇ ਸਥਾਨ ਵਿੱਚ ਪਹੁੰਚ ਕੇ ਅਵਿਦਿਆ ਵਿੱਚ ਆਪਣਾ ਕਾਰਨ ਅਵਿਦਿਆ ਉਹਦੇ ਵਿੱਚ ਲੈ ਹੋ ਜਾਂਦਾ। ਉੱਥੇ ਕੋਈ ਸੁਪਨਾ ਨਹੀਂ, ਕੋਈ ਫੁਰਨਾ ਨਹੀਂ, ਨਾ ਉੱਥੇ ਜਗਤ ਹੈ, ਨਾ ਬਾਝ ਪ੍ਰਪੰਚ ਹੈ, ਨਾ ਸੁਪਨ ਪ੍ਰਪੰਚ ਹੈ। ਉਸ ਤੋਂ ਅੱਗੇ ਜਾ ਕੇ ਤੁਰੀਆ ਅਵਸਥਾ, ਪਰਮਾਤਮਾ ਦੇ ਵਿੱਚ ਉਸ ਦਾ ਭਜਨ ਕਰਨਾ, ਉਸ ਦੇ ਵਿੱਚ ਲੀਨਤਾ ਹਾਸਲ ਕਰਨੀ, ਉਹਦਾ ਚਿੰਤਨ ਕਰਨਾ, ਉਸਨੂੰ ਤੁਰੀਆ ਅਵਸਥਾ ਕਹਿੰਦੇ ਹਨ। ਇਹ 4 ਅਵਸਥਾਵਾਂ ਇਸ ਆਤਮਾ ਰੂਪੀ ਰਾਜਾ ਦੀਆਂ ਹਨ। ਪਰ ਇਹਨਾਂ ਵਿੱਚ ਵੀ ਦੱਸਿਆ 3 ਵਿਆਪੇ ਜਗਤ ਕੋ, ਤੁਰੀਆ ਪਾਵੇ ਕੋਏ, ਨਾਨਕ ਸੰਤ ਨਿਰਮਲ ਭਏ ਜਿਨ ਮਨ ਵਸਿਆ ਸੋਏ। 3 ਅਵਸਥਾਵਾਂ ਤਾਂ ਹਰ ਇੱਕ ਦੁਨੀਆ ਨੂੰ, ਹਰ ਸ਼ਖਸ ਨੂੰ ਪ੍ਰਾਪਤ ਹੁੰਦੀਆਂ ਹਨ, ਬਲਕਿ ਪਸ਼ੂਆਂ ਪੰਛੀਆਂ ਨੂੰ ਵੀ ਪ੍ਰਾਪਤ ਹੁੰਦੀਆਂ ਹਨ, ਕੁਕਰਾਂ ਸ਼ੁਕਰਾਂ ਨੂੰ ਵੀ ਪ੍ਰਾਪਤ ਹੁੰਦੀਆਂ ਹਨ, ਜਾਗਰਤ, ਸੁਪਨ, ਸੁਖੋਪਤ। ਪਰ ਤੁਰੀਆ ਅਵਸਥਾ ਜਿਹੜੀ ਹੈ, ਜਿਹੜਾ ਇੱਥੇ ਪਹੁੰਚ ਗਿਆ, ਉਹਦਾ ਦਰਜਾ ਸੰਤਾਂ ਵਿੱਚ ਹੈ। ਤੁਰੀਆ ਭਾਵੇਂ ਕੋਏ, ਜਿਹਨੂੰ ਇਹ ਦਰਜਾ ਪ੍ਰਾਪਤ ਹੋ ਗਿਆ, ਉਹਦਾ ਦਰਜਾ ਸੰਤਾਂ ਵਿੱਚ ਹੁੰਦਾ ਹੈ। ਸੋ ਇਸ ਵਾਸਤੇ ਇਉਂ ਆਤਮਾ ਰੂਪੀ ਰਾਜਾ ਦੀਆਂ 4 ਅਵਸਥਾਵਾਂ ਹਨ। ਅੱਜ ਰਾਜਾ ਜਨਕ ਨੂੰ ਸੁਪਨਾ ਆਉਂਦਾ ਹੈ। ਸੁਪਨ ਵਿੱਚ ਕੀ ਦੇਖਦਾ ਹੈ? ਮਾਨੋ ਉਸ ਤੋਂ ਕੋਈ ਗਲਤੀ ਹੋ ਗਈ। ਕਿਸੇ ਦੂਸਰੇ ਰਾਜਾ ਦੇ ਪਾਸ ਉਸ ਦੀ ਪ੍ਰਜਾ ਨੇ ਜਾ ਕੇ ਪੁਕਾਰ ਕੀਤੀ ਵੀ ਅਸੀਂ ਤੁਹਾਨੂੰ ਆਪਣਾ ਰਾਜਾ ਥਾਪਦੇ ਹਾਂ। ਰਾਜਾ ਜਨਕ ਨੂੰ ਇਸ ਰਾਜ ਵਿੱਚੋਂ ਮਾਰ ਕੁੱਟ ਕੇ ਨਿਕਾਲ ਦੇ। ਉਹ ਆਪਣੀ ਫੌਜ ਚੜ੍ਹਾਈ ਕਰਕੇ ਆ ਗਿਆ। ਉਸਨੇ ਇਸ ਦੇ ਰਾਜ 'ਤੇ ਚੜ੍ਹਾਈ ਕਰ ਦਿੱਤੀ, ਇਸ ਦੇ ਖਜ਼ਾਨੇ ਆਪਣੇ ਕਾਬੂ ਕੀਤੇ, ਸਾਰਾ ਰਾਜ ਭਾਗ ਆਪਣੇ ਕਾਬੂ ਕੀਤਾ ਔਰ ਸਭ ਰਾਜਾ ਜਨਕ ਨੂੰ ਹੁਕਮ ਕਰ ਦਿੱਤਾ, ਇਸ ਨੂੰ ਮੇਰੇ ਰਾਜ ਤੋਂ ਬਾਹਰ ਕੱਢ ਦਿਓ, ਸ਼ਹਿਰ ਤੋਂ ਬਾਹਰ ਕੱਢ ਦਿਓ। ਜਿਹੜਾ ਕੋਈ ਇਸ ਦਾ ਸਤਿਕਾਰ ਕਰੇਗਾ ਉਸ 'ਤੇ ਨਵੀਨ ਰਾਜਾ ਦੀ ਨਾਰਾਜ਼ਗੀ ਹੋਵੇਗੀ, ਜਿਹੜਾ ਇਸ ਦਾ ਆਦਰ ਕਰੇਗਾ ਯਾਨੀ ਨਾਦਰ, ਉਸ 'ਤੇ ਨਵੀਨ ਰਾਜਾ ਦੀ ਖੁਸ਼ੀ ਹੋਵੇਗੀ। ਇਉਂ ਜਾ ਕੇ ਰਾਜਾ ਨੂੰ ਯਾਨੀ ਜਨਕ ਨੂੰ ਇੱਕ ਤਾਂ ਰਾਜ ਭਾਗ ਸਭ ਕੁਝ ਖੁੱਸ ਗਿਆ। ਸੁਪਨੇ ਦੀ ਗੱਲ ਹੈ, ਸੁਪਨਾ ਜਾਗਰਤ ਵਾਂਗੂ ਹੀ ਹੋਇਆ ਕਰਦਾ ਹੈ। ਉੱਥੇ ਸੱਚ ਦੇਖ ਰਿਹਾ ਹੈ। ਉਸਨੂੰ ਨਵੀਨ ਰਾਜਾ ਦੇ ਨੌਕਰ ਬੁਰੀ ਤਰ੍ਹਾਂ ਲਈ ਜਾ ਰਹੇ ਹਨ, ਉਹਦਾ ਨਿਰਾਦਰ ਕਰਦੇ ਹਨ, ਕੁੱਟਦੇ ਮਾਰਦੇ ਹਨ, ਅਤੇ ਇਸੀ ਤਰ੍ਹਾਂ ਉਸ ਦੀ ਹੱਦ ਤੋਂ ਬਾਹਰ ਲਿਜਾ ਕੇ ਕਹਿਣਗੇ ਦੇਖੋ ਇੱਧਰ ਨਹੀਂ ਆਉਣਾ, ਉੱਧਰ ਬੇਸ਼ੱਕ ਜਾਓ। ਉਹ ਇੰਨੀ ਗੱਲ, ਇਤਨੀ ਹਦਾਇਤ ਕਰਕੇ ਮੁੜਿਆ ਹੈ, ਲੇਕਿਨ ਇਹ ਜਨਕ ਉੱਥੇ ਬੈਠਾ, ਇਕੱਲਾ ਬੈਠਾ ਹੈ। ਰਾਜ ਭਾਗ ਖੁੱਸ ਗਿਆ, ਕੁਛ ਪਾਸ ਨਹੀਂ ਹੈ, ਇਕੱਲਾ ਹੈ, ਪਿਆਸ ਲੱਗੀ ਹੈ, ਭੁੱਖ ਲੱਗੀ ਹੈ। ਹੁਣ ਸੋਚਦਾ ਹੈ ਕੁਛ ਖਾਣ ਪੀਣ ਨੂੰ ਮਿਲੇ। ਅਖੀਰ ਇਹ ਵੀ ਉਸਨੂੰ ਹਦਾਇਤ ਸੀ ਵੀ ਇੱਧਰ ਨਾ ਹੀ, ਇਸ ਹੱਦ ਵਿੱਚ ਪੈਰ ਨਾ ਪਾਈ, ਉੱਧਰ ਬੇਸ਼ੱਕ ਜਾਵੀਂ। ਖੈਰ ਉੱਧਰ ਜਾ ਰਿਹਾ, ਹੁਣ ਕੀ ਦੇਖਿਆ? ਸਾਹਮਣੇ ਇੱਕ ਸ਼ਹਿਰ ਨਜ਼ਰ ਆਇਆ, ਉੱਚੇ ਉੱਚੇ ਮਕਾਨਾਤ ਹਨ। ਉੱਥੇ ਪਹੁੰਚਿਆ, ਪਹੁੰਚ ਕੇ ਪੁੱਛਣ ਲੱਗਾ ਬਈ ਇੱਥੇ ਕਿਸੇ ਸ਼ਾਹੂਕਾਰ ਦਾ ਖੇਤਰ ਯਾਨੀ ਲੰਗਰ ਚੱਲਦਾ ਹੋਵੇ? ਸੋ ਕਹਿਣ ਲੱਗੇ ਹਾਂ ਇੱਕ ਜਗ੍ਹਾ ਹੈ ਲੰਗਰ ਚੱਲਦਾ। ਦੁਪਹਿਰ ਵੇਲੇ 2-2 ਕੜਛੀਆਂ
खिचड़ी दियाँ मिलदियाँ हैं तो 2-2 चमचे घिओ दे मिलते। उत्थे पहुँच जाओ, तेनों भी मिल जाएगा। उत्थे पहुँचिया, भुख डाढ़ी लगी सी, उन्होंने जाके कहने लगे मैनू भुख लगी है, कुछ खाने वास्ते मिले। कहने लगे हाँ इत्थे खिचड़ी मिलती है, कुछ नहीं, पर खिचड़ी पवाउण वास्ते तू कोई बर्तन लिया जाके, अजे वक्त नहीं होया बर्तन का लंगर, तेरे आउंदे नूं वक्त हो जाएगा। हुण राजा सोने चांदी के थालों में खाण वाला, कुछ मिलता नहीं है। अखीर कुम्हारां दी भट्ठी ते जाके ठीक करा लिया। हुण धो धू के जदों पहुँचिया, आउंदे नूं ओह लंगर वरत चुकिया। कहने लगे भी मैनू कुछ दिओ। कहने भाई तू लेट आया है, हुण तो लंगर ही वरत गया है, मिन्नतां तरले कीते भी कुछ तो दिओ, मैं बहुत भुखा हाँ। खैर उन्होंने कुछ करके 2 कड़छियाँ खिचड़ी दियाँ पा दित्तियां। कहने लगे ओ था घ्यो वरतदा ले ला। उत्थे जाके पहुँचिया, घ्यो दा यानी एक कड़छी रखी सी जिहदे विच 2 चमचे आउंदे सी। उहदे नाल कहण लगा मैनूं जल्दी घ्यो पाओ, मैनूं भुख डाढ़ी लगी है, जल्दी छकां, कुछ न कुछ मेरे अंदर जावे तो शांति आए। फिर इउं वो पाउण लगी, इसका घ्यो डुल गया, किसी ने हथ ला दिता। हुण बहुत मिन्नतां तरले करके फिर दोबारा घ्यो पवाया। बैठ के खाण नहीं सी जाणदा, चमचे नाल खाण वाला बंदा सी, राजा सी। सो यूँ खैर रला रहा है, भुख डाढ़ी लगी हुई है, की खेल वरतिया। 2 ढट्ठे स्थान लड़ते हुए आए, भिड़ते आए, ज्यों फेट लगी, किधरे ये रुड़ जाता है, किधरे इसकी खिचड़ी रुड़ जाती है, किधरे ठीका रुड़ जाता। ये सुपने विच देखदा है, तदक के उठ खड़े, चेहरा पीला हो गया। रानिया ने देखिया बई कोई गल है जरूर। एक लख्त एं तक के जिहड़ा उठना है एवं नहीं, तो पुछणगे सरकार की गल है। दसदा नहीं किसी ने सुपना, कुछ इहो जिहा गहरा आया मानो उहदा नक्शा सामने खड़ा है। कई सुपने तो इहो जिहे आउंदे ने ना, उदों ही भुल जाने, पता ही कुछ नहीं हुंदा। कई सुपने इहो जिहे हुंदे ने मानो सामने ही उनका नक्शा खड़ा रहिंदा है। सुपना इहो जिहा गहरा आया, उहदा नक्शा मानो सामने खड़ा है। रानियां पुछदियां हन पर शर्म दा मारिया दसदा नहीं है। चित्ते उपर बहुत गहरा असर है। हुण उसने उसनूं मानो नीम पागल कर दिता, नीम पागल बना दिता। उसने होर तो कुछ नहीं किया, बड़े बड़े विद्वान इकट्ठे करने शुरू कर दिते। जिन्हां पास एक सवाल करता है, ये सच्चा कि वो सच्चा, ये तो ज़्यादा सवाल नहीं कुछ करता है। ये नहीं कहता मैनूं यह सुपना आया सी, आ गल सी, ये कुछ नहीं कहता। ये सच्चा कि वो सच्चा, यानी उसका भाव सी भी ये जागृत सच्ची है कि सुपना सच्चा है, ये उहदे चित्त विच सी। सो यूं पर यह जी गोलमोल गल का कौन जवाब देवे। हज़ारां की तादाद विच विद्वान इकट्ठे हुए हैं, सब का सत्कार आदर करता है, सब की सेवा करता है, पर यही जी गल का जवाब उसनूं नहीं मिल रहा। 8 साल गुजरन वाले हो गए हैं। इधर तो यह खेल वरतिया, उधर एक ऋषियों का आश्रम है किसी दरिया के किनारे। बहुत सारे ऋषि रहते हैं। शाम का वक्त है, बच्चे खेलते हैं ऋषियों के। एक लड़का जिसकी उम्र 8 साल की, जिसके शरीर में 8 विंग पैंदे सन, 8 वल पैंदे सन, गल विच माला पाई है, मत्थे ते तिलक लगा है, ते आसन है, हाथ में सोटी है, सोटी के आसरे मसां तुरता है। यह जे शरीर में 8 वल पैंदे होण, उसकी हालत यही जी हुंदी है। यूँ वो आ रहा है, दरिया के किनारे नूं जा रहा है, शाम के वक्त का अपना पाठ नितनेम करने वास्ते उत्थे जा रहे। बच्चों को हमेशा खेल प्यारी है, बच्चों के सुभाव चंचल होंगे हैं। किसी ने उसकी सोटी खो ली, किसी ने उसका आसन खो लिया, किसी ने धक्का दे दिता, किसी ने माला खो ली। यही जी हालत उसकी हुई। जब वो बड़े शांति वाला कहना, देखो भाई कोयला हो रहा है, सूरज छिप रहा है, मैं अपना पाठ करना है।
मैं लेट हो रही हाँ, मेरी चीज़ां मैनू दिओ ताकि मैं पाठ करके घर नूं जावां। फिर एक लड़के ने कहा, भाई इहदियां चीज़ां दे दो, ये प्यो बाहर है। ये गल अज उसने सुनी। अखीर लड़के चले गए, उसदियां सारियां चीज़ां दे गए। वो दरिया के किनारे आसन बिछा के अपना शाम के वक्त का जो नितनेम सी भजन पाठ का करता है करके अखीर घर आ गया। प्रसाद पानी छक रहा है। अपनी माता नूं पुछण लगा, माता जी मेरे पिता जी, दरअसल उसका पिता बड़ा विद्वान सी, वो भी मिथिलापुरी राजे जनक के बुलावे ते पहुंचा होया सी। उसके सवाल दे जवाब देने वास्ते जिथे हज़ारां विद्वान इकट्ठे हो सन, उन्होंने वो भी गया होया सी। ये सुन के उसकी माता दी अखां विच कुछ अंसू भरिया है। फिर पुछणगे, माता जी मेरे पिता जी वो दरअसल अपने नानके घर रहिंदा सी। अपने नानके घर रहन करके उसकी माता अपने पिता नूं पिता कहंदी ही सी। उसदे ऋषि ये भी अपने नाने नूं पिता कहंदा हुंदा सी। सो यूं करके कहण लगे, मेरे पिता जी जिन्हों मैं पिता कहना, वो मेरे कहणगे, बेटा वो मेरे पिता जी हैं, ये मेरा पेका घर है। तेरे पिता जी बड़े विद्वान हैं, वो गए हुए हैं मिथिलापुरी दे विच। राजा जनक नूं 8 साल हो गए। कोई संशा पैदा हो गया, कोई संदेह पैदा हो गया। वो सवाल करता है ये सच्चा कि वो सच्चा, पर इसका जवाब नहीं मिल रहा। वो कहता जितनी देर तक मैनू इसका जवाब नहीं मिलेगा, मैं उतनी देर तक इन्हां विद्वानों नहीं जान देंगा। होर भी जा रहे हैं उत्थे, पर उसके सवाल का जवाब ना मिलने करके ना उन्होंने छुट्टी दिंदा है तो ना ही वो सवाल का माकूल जवाब मिल रहा है। सो ये सुन के ये कहन लगा, मैनू भेजो, इस सवाल का जवाब मैं देंगा। एक ही वड्डी गल है। इतने विद्वान हज़ारां की तादाद में इकट्ठे किए हैं, कोई भी उसके सवाल का जवाब नहीं दे सकिया। उसकी माता कहनी, बेटा तू बहुत बच्चा है, 8 साल की तेरी आयु, फिर उत्थे बड़े बड़े विद्वान इकट्ठे होन, वो उसके सवाल का जवाब नहीं दे सके, तू छोटा जा बच्चा की जवाब देवेगा। तो कहना नहीं, मैनू जरूर भेजो। हट किया उसने। बहुता हट करन ते उसनूं पालकी विच बिठा के मिथिलापुरी भेज दिता गया। मिथिलापुरी दे विच ये गल उड़ गई भी शहर दे विच एक छोटा जिहा मुनि आया है, जिहदे शरीर विच 8 वल पैंदे हैं। अष्टावक्र उसका नाम सी। दरअसल अष्ट ना 8 का वक्र ना बिंगा दा, हिंदी विच इहदे अर्थ बनते हैं। सो कहण लगे, वो राजा के सवाल का जवाब देन आया है। माकूल जगह तो उसनूं भी रहायश मिल गई, यथायोग उसकी भी सेवा होंदी है। हुण अज बड़ा भारा दरबार सजा, जिहदे विच बहुत सारे विद्वान हैं, बहुत सारे राजा के हलकार हैं, बहुत सारे पब्लिक के लोग हैं। से इस सवाल का जवाब सुनने वास्ते भी वो वादा करता है, दावे नाल कहता है, मैं राजे के सवाल का जवाब देंगा। एक है पर छोटी जी उम्र का, शरीरक दिशा उसकी यही जी है। राजा ने संदेश भेजिया भी बुलाओ उन्होंने मुनि जी। संयम पालकी विच बैठ के अष्टावक्र जी आउंदे हैं। जिथे पंडाल शुरू होंदा है, लकड़िए ने सोटी के आसरे उतों चल के हौली 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 अपने आसन से स्टेज पर आए, आके बैठ गए। सब देख रहे हैं। ਉਹਦੇ शरीरक दिशा में देख के सिद्धा हासा निकल जाता है। क्यों? ਉਹਦੇ शरीर की दिशा ही यही जी है। 8 वल पैंदे हैं, एक एक कदम के उपर 100 डोले खांदा है। यही जी ਉਹਦੀ शरीरक हालत है। यूं करके खैर उत्थे बैठ गए अपने आसन से। हुण राजे जनक ने हथ जोड़ के बेनती की, महाराज कृपा करो, ये सारे जितने हैं महान भाव, कुछ मेरे हलकार, कुछ और पब्लिक के लोग इस गल नूं सुनने वास्ते उत्साह हैं भी सवाल का जवाब मिले। आप कृपा करो।
ये सुन के पहले वो पूछण लगे अष्टावक्र जी राजन ए जिहड़े लोग बैठे हैं ये कौन हैं? ये सुन के राजा कहने लगा महाराज कुछ विद्वान हैं, कुछ मेरे हलकार हैं, कुछ पब्लिक दे लोग हैं, यूँ हैं। वो कहने लगे जिस वक्त मैं सभा दे विच आया हाँ मैनू वेख के हसे क्यों है? अष्टावक्र जी ने पूछा। पता उन्होंने सी भी वो शरीरक दिशा नूं देख के ये हसे सन। अखीर राजा चुप हो गया। राजा भी जानता सी। सो जदों इन्नी गल पूछी भी ये हसे क्यों जदों मैं आया, राजा चुप सी, जानता जरूर सी भी इन्हां दी शरीरक दिशा नूं देख के हसे हैं। अखीर जदों राजा चुप रहा अपने आप ही कहणगे राजन इन्हां चमारां दी सभा ने तेरा की सवारना सी। जिसकी निगाह सिर्फ चमड़े तक ही पहुंची हुई है, आत्मा तक नहीं पहुंची, उसने तेरा की सवारना सी। तदे 8 साल दुखी है, तेनू शांति नहीं आ सकती। क्यों? ये मेरी शरीर की दिशा में देख के हसे। इनू ये नहीं पता जे किसी गन्ने विच 8-10 फल पैंदे होणगे उहदा रस्ता मिठा हुंदा है। जे मेरे शरीर दे विच 8-10 वल पैंदे हन, मेरा आत्मा तो ऐन सचित आनंद स्वरूप है, उहदे विच रंजक मात्र फर्क नहीं है। हाँ, इन्हां दी दृष्टि प्रतीत हुंदी चमड़े तक ही पहुंची है। जिसनू चमड़े की परख होवे उसनू चमार कहा जाता है, वैसे जाति का ना चमार नहीं। इउं करके इं जदों गल्लां कहीआं हैरान हो गए सब। वाकई 40 फेरी गल सी। अखीर इं गल्लां कह के हुण कहणगे अपना सवाल कर जिहड़ा तेरा सवाल है। राजा जनक ने हुण दोवें हत्थ जोड़ के अर्ज की भी ये सच्चा कि वो सच्चा। ये सुन के अष्टावक्र जी मुस्कुराए, सारे बाजा करके कहन लगे ए विद्वान लोगो, ए राजा के हलकारो, ए आम पब्लिक के लोगो, पहले तो राजा का सवाल ही गलत है। शर्म दा मारिया असली गल दस ही नहीं रहा है। जिहड़ी गल सुपने विच राजा नूं दिसी सी वो फिर सारी खोल के अष्टावक्र जी ने उत्थे दसी भी दरअसल इनू इयों इयों सुपना आया, सुपने विच इहदा राज भाग खुसिया। सो उस मौके नूं डर बैठा होया है किते मेरा राज भाग फिर ना खुस जाए। दुख तो हरेक ही डरिया करता है। गल तो यह है, इस करके पूछ रहा भी वो सच्चा कि यह जागृत सच्ची है। यह सवाल तो किया नहीं थोड़े पास, तुसीं तां जवाब भी की देवो। सो इस करके दरअसल गल हुई है इयों। वो जवाब विच फिर कहन लगे जिहा जा वो वहा जा आ, जिहा जा सुपना वहा जा जागृत। जागृत सुपन विच रंचक मात्र भी फर्क नहीं है। जग जीवन कैसा जी सुपने जैसा, सुपने जैसा, जग जीवन कैसा सुपने जैसा, सुपने जैसा, जग जीवन कैसा जी सुपने जैसा, सुपने जैसा, जग जीवन कैसा जी सुपने जैसा, सुपने जैसा।
जैसा सुपने जैसा जग जीवन सुपन समान। जिहड़ा ये जागृत है जगत का जीवना कैसा है जिमें सुपना है। हाँ, सुपने दे विच जो कुछ देखता है वो बिल्कुल सच प्रतीत होना उतनी देर वास्ते, पर जदों जाग आउंदी है फिर भावें कहता है भी ओह मैं तो अपने बिस्तरे ते पिया होया, ये सुपना सी। या कूक नींद आ जाती है फिर ना सुपन रहे ना जागृत है, दो में नहीं रहते। क्योंकि उस अवस्था दे विच कूक नींद दे विच मन जिहड़ा है अपने कारण अविद्या विच लय हो जाता, उत्थे सुपना नहीं हुंदा, यानी उत्थे कोई जागृत या सुपन कुछ भी नहीं हुंदा। जिस वक्त समाधि विच लय हुंदा है उदों आत्मा विच लय हुंदा है। आत्मा चूँकि निर्विकल्प है उत्थे भी कोई ना जागृत है असंसार है ना सुपन प्रपंच है, दोवें नहीं। इथों सिद्ध होया भी जो जागृत और सुपन दोवें अवस्था हैं ये सिर्फ मन की कल्पना का नाम है। मन की कल्पना है, अगर मन की कल्पना किवें मुक जाए ये दोवें खत्म हैं। दुख इन्हां दोनों अवस्थावां दे विच है। कूक नींद विच किसी नूं दुख नहीं कदे व्यापिया, समाधि विच कदे किसी नूं दुख नहीं व्यापिया। समाधि तो हरेक नूं प्राप्त नहीं भावें हुंदी, लेकिन कूक नींद तो हरेक नूं आउंदी है, सारे जानते हैं। सो यूं इस करके कहण लगे राजन जागृत और सुपन दोवें इक्को जे हैं, इन्हां विच फर्क कोई भी नहीं है। हाँ, गलती करके भुल करके भरम करके अज्ञान करके भरम प्रतीत होता है। इस करके जागृत और सुपन दोवें इक्को जे हैं। फिर ये भी नाल दी नाल कहा राजन तू न्यायकारी सी, धर्मात्मा सी, संत सेवी सी, तेरे विच जिहो जिहे राजियां च गुण चाहिए पाए जाते सन। इस करके पिछले जन्म का तेरा इहो जिहा संस्कार सी, तेरा 8 साल वास्ते राज जरूर खुश जाना सी, पर यह सारी खेड सुपने विच ही टल गई है। क्योंकि तू संत सेवी सी, न्यायकारी सी, धर्मात्मा सी, प्रजापालक सी, तेरे विच जिहे जिहे गुण चाहिए सन राजियां वाले पाए जाते सन, उसने तेरे सारे सुपन विच ही नष्ट। जिवें गुरु अर्जन देव पंचम पातशाह ने मंडी सुकेत वाले का एक जन्म 60 साल की आयु जिहड़ी उसने एक तंगी दे घर जन्म धार के दुख तकलीफां उठाणियां सीयां उन्होंने सुपने विच ही भुगता दिती सी। जदों ने शंका कीता सी लेख न मिटीए सखी जो लिखिया करतार। मंडी सुकेत दा राजा गुरु अर्जन देव महाराज के दर्शन वास्ते आउंदा है अमृतसर। गुरु जी उस मौके दक्षिणी ओंकार का पाठ कर रहे सन, जिहदे विच ये बचन आ रहा सी, लेख न मिटही है सखी, लेख न मिटही है सखी, लेख न मिटही है सखी, लेख न मिटही है सखी। लेख न मिटही है सखी जो लिखिया करता। जो करतार ने मत्थे उपर लेख लिख दिता वो नहीं मिटता। इहदा ये भाव
ਸੁਣ ਕੇ ਸਮਝ ਕੇ ਚਿੱਤ ਵਿੱਚ ਸੋਚਦਾ ਹੈ ਵੀ ਇੱਥੇ ਗੁਰੂ ਕੇ ਦਰਸ਼ਨ ਵਾਸਤੇ ਆਏ ਹਾਂ, 1 ਲੱਖ ਰੁਪਏ ਗੁਰੂ ਕੇ ਲੰਗਰ ਵਾਸਤੇ ਭੇਟ ਕੀਤਾ ਹੈ। ਫਿਰ ਜੇ ਲੇਖ ਨਾ ਮਿਟਿਆ ਇਹਦਾ ਫਾਇਦਾ ਕੀ? ਐਡੀ ਦੂਰੋਂ ਚੱਲ ਕੇ ਗੁਰੂ ਦੇ ਦਰਸ਼ਨਾਂ ਵਾਸਤੇ ਉਹਨਾਂ ਸਮਿਆਂ ਵਿੱਚ ਆਉਣ ਜਾਣ ਦੇ ਸਾਧਨ ਵੀ ਸੌਖੇ ਨਹੀਂ ਸਨ। ਇਉਂ ਆਏ ਹਾਂ ਤੇ 1 ਲੱਖ ਰੁਪਇਆ ਗੁਰੂ ਕੇ ਲੰਗਰ ਵਿੱਚ ਵੀ ਭੇਟ ਕੀਤਾ ਹੈ, ਲੇਖ ਮਿਟਣਾ ਨਹੀਂ, ਫਾਇਦਾ ਫਿਰ ਕੀ? ਇਹ ਸੁਣ ਕੇ ਉਹਦੇ ਚਿੱਤ ਵਿੱਚ ਸੰਸਾ ਪੈਦਾ ਹੋ ਗਿਆ। ਪਰ ਗੁਰੂ ਜੀ ਨੇ ਇਹ ਸਾਰਾ ਸੰਸਾ ਉਸਦਾ ਜਾਣਿਆ ਤੇ ਆਗਿਆ ਮੰਗੀ, ਮਹਾਰਾਜ ਆਗਿਆ ਦਿਓ, ਪਿੱਛੇ ਰਾਜ ਕਾਜ ਹੈ। ਕਈ ਬਾਣੀ ਦਾ ਅਰਥ ਭਾਵਨਾ ਸਮਝ ਕੇ ਗਲਤ ਅਰਥ ਲਗਾ ਕੇ ਉਹ ਤੋਂ ਗਲਤ ਫਾਇਦਾ ਉਠਾ ਲੈਂਦੇ ਹਨ। ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਦਾ ਉਧਾਰ ਕਰਦੇ ਕਰਦੇ ਸੌਣ ਭਾਦੋਂ ਦੇ 2 ਮਹੀਨੇ ਜਿਹੜੇ ਹੁੰਦੇ ਸਨ, ਬਾਰਿਸ਼ਾਂ ਪੈਂਦੀਆਂ ਹੁੰਦੀਆਂ ਸਨ ਜ਼ਿਆਦਾ, ਕਿਤੇ ਨਾ ਕਿਤੇ ਇੱਕ ਥਾਂ ਟਿਕ ਕੇ ਉਹ ਸਮਾਂ ਗੁਜ਼ਾਰਦੇ ਸਨ। ਆਪ ਜੀ ਛੋਟਾ ਜਿਹਾ ਇੱਕ ਟਾਊਨ ਹੈ, ਉਹਦੇ ਬਾਹਰ ਕੁਝ ਫਾਸਲੇ 'ਤੇ ਇੱਕ ਉੱਚਾ ਟਿੱਬਾ, ਇੱਕ ਬਹੁਤ ਸੋਹਣਾ ਦਰਖਤ, ਮਾਨੋ ਤੰਬੂ ਲੱਗੇ ਇਹੋ ਜਿਹਾ ਦਰਖਤ ਹੈ। ਮਨ ਨੂੰ ਬੜੀ ਸ਼ਾਂਤੀ ਆਈ, ਮਨ ਨੂੰ ਠੰਡ ਪ੍ਰਾਪਤ ਹੋਈ। ਉਹ ਸ਼ਾਂਤੀ, ਉਹ ਠੰਡ ਦੁਨੀਆ ਦੇ ਕਿਸੇ ਪਦਾਰਥ ਵਿੱਚ ਨਹੀਂ ਹੈ। ਸੋ ਬਹੁਤ ਖੁਸ਼ ਹੋਇਆ ਅਤੇ ਪੁੱਛਣ ਲੱਗਾ ਭਾਈ ਵਾਲੇ ਨੂੰ ਵੀ ਭੋਜਨ ਪਾਣੀ ਦਾ ਇੰਤਜ਼ਾਮ ਕਿਵੇਂ ਹੈ? ਭਾਈ ਵਾਲੇ ਨੇ ਕਿਹਾ ਗੁਰੂ ਨਾਨਕ ਜੀ ਹਨ, ਕੋਈ ਪ੍ਰੇਮੀ ਲੈ ਆਉਂਦਾ ਉਸ ਦਾ ਪ੍ਰੇਮ ਪੂਰਾ ਕਰ ਦਿੰਦੇ ਨੇ, ਵਰਨਾ ਪਾਉਣ ਆਹਾਰੀ ਰਹਿੰਦੇ ਹਨ। ਭੁੱਖ ਤਾਂ ਜ਼ਿਆਦਾਤਰ ਭਾਈ ਮਰਦਾਨੇ ਨੂੰ ਹੀ ਲੱਗਦੀ ਹੈ, ਇਸ ਕਰਕੇ ਜੇ ਕੋਈ ਲੈ ਆਉਂਦਾ ਉਹਦਾ ਪ੍ਰੇਮ ਪੂਰਾ ਜ਼ਰੂਰ ਕਰ ਦਿੰਦੇ। ਅਜੇ ਤੱਕ ਕਿਸੇ ਨੇ ਐਸਾ ਨਹੀਂ ਕੀਤਾ। ਖੈਰ ਉਸਨੇ ਰੋਜ਼ ਹੀ ਸ਼ਾਮ ਦੇ ਵਕਤ ਸਵਖਤੇ ਦੁਕਾਨ ਬੰਦ ਕਰਕੇ ਕੁਛ ਭੋਜਨ ਪਾਣੀ ਲੈ ਆਉਣਾ, ਕੀਰਤਨ ਸੁਣਨਾ, ਦਰਸ਼ਨ ਕਰਨੇ ਗੁਰੂ ਕੇ, ਕੁਝ ਬਚਨ ਸੁਣਨੇ ਔਰ ਭੋਜਨ ਪਾਣੀ ਛਕਾਉਣਾ, ਸੇਵਾ ਆਦਿ ਕਰਕੇ ਕੁਛ ਅੰਧੇਰੇ ਹੋਏ ਘਰ ਨੂੰ ਵਾਪਸ ਜਾਣਾ। ਰੋਜ਼ਾਨਾ ਉਸਨੇ ਇਹ ਆਪਣਾ ਇੱਕ ਕਿਸਮ ਦਾ ਨਿਯਮ ਮੰਨ ਲਿਆ। ਉਸ ਦਾ ਹੋਰ ਗੁਆਂਢੀ ਇੱਕ ਦੁਕਾਨਦਾਰ ਸੀ, ਉਹ ਇਸਨੂੰ ਕਹਿਣ ਲੱਗਾ ਬਈ ਸਵਖਤੇ ਕਿੱਥੇ ਚਲਾ ਜਾਂਦਾ ਹੈ? ਐਡੇ ਵੱਡੇ ਦਿਨ ਦੇ ਨਾਲ ਦੁਕਾਨ ਬੰਦ ਕਰਨੀ, ਪਹਿਲੇ ਸਮਿਆਂ ਦੇ ਵਿੱਚ ਐਸਾ ਨਹੀਂ ਸੀ ਹੁੰਦਾ ਆਪਣੇ ਭਾਰਤ ਵਿੱਚ। ਕਹਿੰਦਾ ਦੁਕਾਨਦਾਰ ਤਾਂ ਸਭ ਤੋਂ ਪਹਿਲੇ ਦੁਕਾਨ ਕੋਲ ਸਭ ਤੋਂ ਪਿੱਛੋਂ ਬੰਦ ਕਰੇ ਤਾਂ ਜਾ ਕੇ ਕੁਛ ਖਟਦਾ ਹੁੰਦਾ ਹੈ, ਤੂੰ ਉਸ ਵਕਤ ਹੀ ਦੁਕਾਨ ਬੰਦ ਕਰ ਜਾਂਦਾ, ਗੱਲ ਕੀ ਹੈ? ਉਹ ਕਹਿੰਦਾ ਬਈ ਸੰਤ ਹਨ ਉੱਥੇ 3 ਆਏ ਹੋਏ, ਗੁਰੂ ਨਾਨਕ ਜੀ ਦਾ ਨਾਂ ਹੈ, ਭਾਈ ਬਾਲਾ ਮਰਦਾਨਾ ਸੇਵਾਦਾਰ ਹਨ, ਉਹਨਾਂ ਦੇ ਦਰਸ਼ਨ ਵਾਸਤੇ ਜਾਣਾ, ਜਿੰਨਾ ਕਰਾਉਂਦੇ ਹਨ ਸੇਵਾ ਕਰਿਆਈ ਦੀ ਹੈ, ਕੀਰਤਨ ਸੁਣੀ ਦੇ, ਦਰਸ਼ਨ ਕਰਕੇ ਬੜਾ ਆਨੰਦ ਪ੍ਰਾਪਤ ਹੁੰਦਾ, ਮਨ ਨੂੰ ਸ਼ਾਂਤ ਨਸੀਬ ਹੁੰਦੀ ਹੈ। ਇਹ ਸੁਣ ਕੇ ਕਹਿਣ ਲੱਗਾ ਜੇਕਰ ਇਹੀ ਜਿਹੀ ਗੱਲ ਹੈ ਤੇ ਮੈਨੂੰ ਵੀ ਲੈ ਚੱਲ। ਉਹ ਕਹਿੰਦੇ ਤੇਰੇ ਵਾਸਤੇ ਰੁਕਾਵਟ ਹੈ ਕੋਈ? ਸਤਸੰਗ ਨੂੰ ਜਿੰਦਰੇ ਦਾ ਨਹੀਂ ਲੱਗੇ, ਕੋਈ ਆਓ ਜੈਂਦਰ ਆਬਦ ਜਾਤ ਹੈ, ਹਟਕੇ ਨਾਹੀ ਕੋਏ, ਸੋਦਰ ਕੈਸੇ ਛੋੜੀ ਜੋਦਰ ਐਸਾ ਹੋਏ। ਕੋਈ ਆਓ ਸ਼ਰਧਾ ਭਾਵਨਾ ਨਾਲ ਜਿਹੀ ਜੀ ਭਾਵਨਾ ਵੈਸਾ ਫਲ ਮਿਲਦਾ ਹੈ। ਉਹ ਵੀ ਅੱਜ ਤੁਰ ਪਿਆ, ਪਰ ਮਾੜੇ ਭਾਗ ਸਤਸੰਗ ਵਿੱਚ ਪਹੁੰਚਣ ਨਹੀਂ ਦਿੰਦੇ, ਕਿਸੇ न ਕਿਸੇ ਤਰੀਕੇ ਸਿਰ ਰੁਕਾਵਟ ਪੈਦਾ ਕਰਦੇ ਹਨ, ਕੁਤਰਕ ਪੈਦਾ ਕਰ ਦੇਣੀ, ਕੋਈ ਹੋਰ ਬਹਾਨਾ ਹੋ ਜਾਣਾ। ਜਿਉਂ ਰਸਤੇ ਦੇ ਵਿੱਚ ਇੱਕ ਬੁਰਾ ਬਾਜ਼ਾਰ ਸੀ, ਇਹ ਉੱਥੇ ਜਾਣ ਲੱਗ ਪਿਆ ਮੇਰੇ ਪਾਸ। ਇਸ ਤਰੀਕੇ ਸਿਰ ਦੁਕਾਨ ਦੋਨਾਂ ਨੇ ਇੱਕੋ ਵੇਲੇ ਬੰਦ ਕਰਨੀ, ਪਰ ਉਹ ਗੁਰੂ का ਪ੍ਰੇਮੀ ਰੋਜ਼ ਕੁਛ ਨੂੰ ਕੁਛ ਭੋਜਨ ਬਣਾ ਕੇ ਗੁਰੂ ਕੇ ਦਰਸ਼ਨ ਵਾਸਤੇ ਆਉਂਦਾ, ਭੋਜਨ ਛਕਾਉਂਦਾ, ਕੀਰਤਨ ਸੁਣਦਾ, ਬਚਨ ਸੁਣਦਾ, ਸੇਵਾ ਕਰਦਾ। ਦੂਜਾ ਬੁਰੇ ਪਾਸੇ ਜਾਂਦਾ ਸੀ, ਦੁਕਾਨ ਇੱਕੋ ਵੇਲੇ ਬੰਦ ਕਰਨੀ। ਇਉਂ ਇੱਕ ਦਿਨ ਦਾ ਜ਼ਿਕਰ, ਉਹਦੇ ਮਕਾਨ ਵੀ ਇਕੱਠੇ ਹੀ ਸਨ। ਉਹ ਮਨਮੁਖ ਜਿਹੜਾ ਸੀ ਕਹਿਣਗਾ ਕਿਹੜੇ ਵੇਲੇ ਵਾਪਸ ਆਉਣਾ ਹੁੰਦਾ ਹੈ? ਉਹ ਕਹਿੰਦਾ ਬਈ ਕੁਛ ਦੇਰ ਹੋ ਜਾਂਦੀ ਹੈ। ਚੰਗਾ, ਕਹਿਣ ਲੱਗਾ ਅੱਜ ਆਪਾਂ ਘਰ ਵੀ ਇਕੱਠੇ ਹੀ ਚੱਲਣਾ ਹੈ, ਜੇ ਤੂੰ ਪਹਿਲਾਂ ਆ ਗਿਆ ਤੂੰ ਇੱਥੇ ਬੈਠ ਜਾਈਂ, ਮੈਂ ਪਹਿਲਾਂ ਮੈਂ ਬਹਿ ਜਾਊਂ, ਇਕੱਠੇ ਘਰ ਨੂੰ ਵੀ ਇਕੱਠੇ ਹੀ ਚੱਲਾਂਗੇ। ਖੈਰ ਇਸੀ ਤਰ੍ਹਾਂ ਉਹ ਪ੍ਰੇਮੀ ਤਾਂ ਗੁਰੂ ਅੱਗੇ ਚਲਾ ਗਿਆ। ਉਹ ਜਿੱਥੇ ਜਾਂਦਾ ਹੁੰਦਾ ਸੀ ਉੱਥੇ ਉਸ ਮਕਾਨ ਨੂੰ ਜਿੰਦਰਾ ਲੱਗਿਆ ਦੇਖਿਆ।
आके उत्थे बैठ के जिੱਤ ਦਾ वादा कीता सी। उदास आदमी इयां जिहियां हरकतां करदा, या तां ਉਂਗਲਾਂ ਦੀਆਂ ਗੰਢਾਂ ਭੰਨੂਗਾ, ਜਾਂ ਕੁਛ ਡੱਕੇ ਭੰਨੂਗਾ, ਜਾਂ ਮਿੱਟੀ ਪੱਟੂ, ਇਹੋ ਜਿਹੀਆਂ ਹਰਕਤਾਂ ਕਰਦਾ ਹੁੰਦਾ ਹੈ। ਮਿੱਟੀ ਪੱਟਣ ਲੱਗ ਗਿਆ ਅਤੇ ਪੱਟਦੇ ਪੱਟਦੇ ਨੂੰ ਬੁਗਚਾ ਲੱਭ ਗਿਆ। ਬੁਗਚਾ ਖੋਲ੍ਹਿਆ ਤਾਂ ਉਹਦੇ ਵਿੱਚ ਸਾਰੇ ਕੋਇਲੇ, ਇੱਕ ਸੋਨੇ ਦੀ ਮੋਹਰ। ਇਹ ਸੋਨੇ ਦੀ ਮੋਹਰ ਦੇਖ ਕੇ ਬੜਾ ਖੁਸ਼ ਹੋਇਆ ਕਿ ਮੋਹਰ ਲੱਭ ਗਈ ਹੈ। ਗੁਰੂ ਕਾ ਪ੍ਰੇਮੀ ਰਸਤੇ ਦੇ ਵਿੱਚ ਅੰਧੇਰਾ ਸੀ, ਉਹਦੇ ਪੈਰ ਵਿੱਚ ਇੱਕ ਸੂਲ ਲੱਗੀ, ਇਹਨੇ ਬੜਾ ਕੰਡਾ ਲੱਗਿਆ। ਕੰਡਾ ਲੱਗਣ ਕਰਕੇ ਉਹਨੂੰ ਬੜੀ ਤਕਲੀਫ ਹੈ, ਲੰਗ ਮਾਰਦਾ ਚਲਾ ਆ ਰਿਹਾ। ਦੂਰੋਂ ਦੇਖ ਕੇ ਲੰਗ ਮਾਰਦੇ ਨੂੰ ਕਹਿਣਗੇ ਕੀ ਲਿਆ? ਸਾਧਾਂ ਸੰਤਾਂ ਤੇ ਖੁਸ਼ਕ ਮਾਰ ਗਏ ਤਾਂ ਦੇਖ ਅਸੀਂ ਮੈਨੂੰ ਮੋਹਰ ਲੱਭੀ ਹੈ, ਭਾਵੇਂ ਮੈਂ ਬੁਰੇ ਪਾਸੇ ਜਾਣਾ। ਉਹ ਪ੍ਰੇਮੀ ਕਹਿਣ ਲੱਗਾ, ਗੁਰੂ ਕਾ ਕਹਿਣ ਲੱਗਾ, ਇਹ ਨਿਯਮ ਹੈ। ਜਿਹੜੇ ਚੰਗੇ ਮਾਰਗ 'ਤੇ ਚੱਲਦੇ ਹਨ, ਸਮਾਰਗ 'ਤੇ ਚੱਲਦੇ ਹਨ, ਉਹਨਾਂ ਦੇ ਪਿਛਲੇ ਜਨਮ ਦੇ ਮੰਦ ਕਰਮ ਯਾਨੀ ਮਾੜੇ ਕਰਮ ਨਸ਼ਟ ਹੁੰਦੇ ਨੇ। ਸਮਾਰਗ ਚੱਲਣ ਵਾਲਿਆਂ ਦੇ ਜਿਹੜੇ ਮਾੜੇ ਰਸਤੇ ਚੱਲਦੇ ਹਨ, ਉਹਦੇ ਪਿਛਲੇ ਪੁੰਨ ਨਸ਼ਟ ਹੋ ਜਾਂਦੇ ਹਨ। ਇਉਂ ਸਮਝ ਲਓ ਪਿਛਲੇ ਜਨਮ ਦੇ ਪੁੰਨ ਨਸ਼ਟ ਹੁੰਦੇ ਹਨ। ਖੈਰ ਸਾਨੂੰ ਨਹੀਂ ਪਤਾ, ਕੱਲ੍ਹ ਨੂੰ ਚੱਲ ਕੇ ਅਸੀਂ ਸੰਤਾਂ ਨੂੰ ਪੁੱਛਾਂਗੇ। ਅੱਜ ਉਹ ਵੀ ਇਹ ਪੁੱਛਣ ਵਾਸਤੇ ਆ ਗਿਆ। ਗੁਰੂ ਜੀ ਪਾਸ ਅਰਜ਼ ਕੀਤੀ, ਗਰੀਬ ਨੇ ਗਰੀਬ ਨਵਾਜ਼, ਮੈਂ ਤਾਂ ਰੋਜ਼ ਜੋ ਕੁਛ ਆਪ ਕਰਵਾਉਂਦੇ ਹੋ, ਭੋਜਨ ਪਾਣੀ ਲਿਆ ਕੇ ਸੇਵਾ ਕਰੀਦੀ ਹੈ ਅਤੇ ਦਰਸ਼ਨ ਕਰੀਦਾ, ਕੀਰਤਨ ਸੁਣੀਦਾ। ਕਈ ਦਿਨ ਹੋ ਗਏ ਇਉਂ ਆਪ ਜੋ ਕੁਛ ਕਰਵਾਉਂਦੇ ਹੋ ਐਸਾ ਕਰਦਾ ਹਾਂ। ਇਹ ਬੁਰੇ ਪਾਸੇ ਜਾਂਦਾ। ਇਹਨੂੰ ਰਾਤ ਇੱਕ ਬੁਗਚਾ ਲੱਭਿਆ ਹੈ, ਜੋ ਕੋਇਲਿਆਂ ਦਾ ਭਰਿਆ ਇੱਕ ਮੋਹਰ, ਅਤੇ ਮੇਰੇ ਰਾਤ ਕੰਡਾ ਲੱਗਿਆ ਬੜਾ ਜ਼ਬਰਦਸਤ। ਮੈਨੂੰ ਮਾਹੌਲ ਕਰਦਾ ਹੈ, ਕਹਿਣ ਲੱਗੇ ਕੀ ਲਿਆ? ਸਾਦਾ ਸੰਤਾਂ ਬਾਅਦ ਜਾ ਕੇ। ਸੋ ਇਸ ਵਾਸਤੇ ਆਪ ਕਿਰਪਾ ਕਰਕੇ ਦੱਸੋ ਇਹ ਕੀ ਕਾਰਨ ਹੈ? ਗੁਰੂ ਜੀ ਕਹਿਣ ਲੱਗੇ, ਤੁਹਾਨੂੰ ਪਿਛਲੇ ਜਨਮ ਦਾ ਕੁਛ ਪਤਾ ਹੈ? ਕਿ ਨਹੀਂ ਮਹਾਰਾਜ। ਫਿਰ ਜੇ ਪਤਾ ਹੀ ਨਹੀਂ, ਤੁਸੀਂ ਦੱਸ ਕੀ ਸਕਦੇ ਹੋ, ਜਾਣ ਕੀ ਸਕਦੇ ਹੋ? ਇਉਂ ਗੁਰੂ ਜੀ ਕਹਿਣ ਲੱਗੇ, ਦੇਖੋ ਸਮਾਰਗ ਚੱਲਣ ਵਾਲੇ ਪੁਰਸ਼ ਜਿਹੜੇ ਹਨ, ਉਹਦੇ ਪਿਛਲੇ ਜਨਮ ਦੇ ਮੰਦ ਕਰਮ ਨਸ਼ਟ ਹੋਇਆ ਕਰਦੇ ਹਨ। ਇਹਨੇ ਦੁੱਖ ਕੈਂਸਲ ਹੁੰਦੇ ਨੇ। ਕਾਇਦਾ ਜਿਵੇਂ ਮੈਲੇ ਕੱਪੜੇ ਨੂੰ ਸਾਬਣ ਲਗਾਏ, ਉਹਦੀ ਮੈਲ ਦੂਰ ਹੁੰਦੀ ਹੈ। ਸੋ ਇਉਂ ਜਿਹੜੇ ਮਾੜੇ ਰਸਤੇ ਚੱਲਦੇ ਹਨ, ਉਹਨਾਂ ਦੇ ਚੰਗੇ ਕਰਮ ਨਸ਼ਟ ਹੋ ਜਾਂਦੇ ਹਨ, ਯਾਨੀ ਸੁੱਖ ਨਸ਼ਟ ਹੁੰਦੇ ਹਨ। ਇਹ ਹੈ ਗੁਰੂ ਜੀ ਕਹਿਣਗੇ, ਦੇਖ ਪਿਛਲੇ ਜਨਮ ਦੇ ਵਿੱਚ ਇਸਨੇ ਇੱਕ ਮੋਹਰ ਦਾਨ ਕੀਤੀ ਸੀ, ਉਹਦਾ ਬੁਗਚਾ ਭਰਿਆ ਲੱਭਣਾ ਸੀ, 1000 ਮੋਹਰ ਲੱਭਣੀ ਸੀ, ਪਰ ਬੁਰੇ ਪਾਸੇ ਜਾਣ ਕਰਕੇ ਉਹ ਮੋਹਰਾਂ ਦੇ ਕੋਇਲੇ ਬਣਦੇ ਚਲੇ ਗਏ। ਪਾਪ ਰੂਪੀ ਕਰਮ ਵਿੱਚ ਉਹ ਕੋਇਲੇ ਜਿਹੜੇ ਸਾਨੇ ਮੋਹਰਾਂ ਸੀ, ਕੋਇਲੇ ਬਣ ਗਏ। ਜੇ ਅੱਜ ਜਾਉਂਦਾ ਇਹ ਵੀ ਕੋਇਲਾ ਬਣ ਜਾਣਾ ਸੀ। ਤੂੰ ਚੂੰਕਿ ਚੰਗੇ ਪਾਸੇ ਆਉਣਾ ਹੈ, ਪਿਛਲੇ ਜਨਮ ਵਿੱਚ ਤੂੰ ਕੁਛ ਇਹੋ ਜਿਹਾ ਕਰਮ ਹੋਇਆ ਸੀ ਜਿਸ ਦਾ ਫਲ ਤੇ ਸੂਲੀ ਚੜ੍ਹਨਾ ਸੀ, ਪਰ ਉਹ ਸੂਲੀ ਦਾ ਛੁਟਕਾਰਾ ਤੇਰਾ ਸੂਲ ਨਾਲ ਹੀ ਹੋ ਗਿਆ ਹੈ। ਕਿਉਂ ਕਰਮ ਕੈਂਸਲ ਹੋ ਗਏ। ਇਸ ਤਰੀਕੇ ਸਿਰ ਜਿਹੜੇ ਸਮਾਰਗ ਚੱਲਣ ਵਾਲੇ ਪੁਰਸ਼, ਉਹਨਾਂ ਦੇ ਮੰਦ ਕਰਮ ਕੈਂਸਲ ਹੁੰਦੇ ਹਨ। ਜਿਹੜੇ ਕੁਮਾਰਗ ਚੱਲਣ ਵਾਲੇ ਹੁੰਦੇ, ਪੁੰਨ ਕਰਮ ਕੈਂਸਲ ਹੁੰਦੇ ਹਨ, ਯਾਨੀ ਸੁੱਖ ਨਸ਼ਟ ਹੁੰਦੇ ਹਨ। ਸੋ ਇਸੀ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਰਾਜਾ ਦਾ ਉਹ ਇੱਕ ਸੁਪਨੇ ਦੇ ਵਿੱਚ ਹੀ ਇੱਕ ਜਨਮ ਭੁਗਤਾਇਆ, ਜਿਹੜਾ ਕਹਿੰਦਾ ਸੀ। ਫਿਰ ਉਹਨੂੰ ਇਹ ਦੱਸਿਆ ਵੀ ਰਾਜਨ, ਤੂੰ ਕਹਿੰਦਾ ਸੀ ਨਾ ਲੇਖ ਨਹੀਂ ਮਿਟਦਾ ਹੈ, ਜੋ ਲਿਖਤਾ ਕਰਤਾਰ ਨੇ, ਵਿਧਾਤਾ ਨੇ ਲਿਖ ਦਿੱਤਾ ਹੈ। ਲੇਖ ਮਿਟਦਾ ਹੈ, ਪਰ ਜੇ ਇਸ ਪਾਸੇ ਚਲੇ, ਤੈਂ ਜੋ 1 ਲੱਖ ਰੁਪਇਆ ਦਾਨ ਕੀਤਾ, ਦਰਸ਼ਨ ਮੇਲੇ ਵਾਸਤੇ ਚੱਲ ਕੇ ਆਇਆ, ਉਹ ਬੇਅਰਥ ਨਹੀਂ ਗਿਆ। ਹਾਂ, ਉਸ ਦਾ ਫਲ ਤੈਨੂੰ ਇਹ ਮਿਲਿਆ ਹੈ, ਇੱਕ ਜਨਮ ਤੈਂ ਮੰਗਿਆਂ ਦੇ ਘਰ ਦੇ ਧਾਰ ਕੇ 60 ਸਾਲ ਦੁੱਖ ਤਕਲੀਫਾਂ ਉਠਾਉਣੀਆਂ ਸਨ, ਉਹ ਤੇਰੀਆਂ ਸੁਪਨੇ ਵਿੱਚ ਹੀ ਕੱਟੀਆਂ ਗਈਆਂ। ਸ਼ਮੀਰ ਨੂੰ ਗੁਰੂ ਜੀ ਨੇ ਕਿਤਨੇ ਜਨਮ ਭੁਗਤਾਏ ਸਨ, ਬੜੀਆਂ ਮਿਸਾਲਾਂ ਆਈਆਂ ਗਈਆਂ। ਸੋ ਇਸ ਕਰਕੇ ਇੱਥੇ ਰਾਜਾ ਜਨਕ ਨੂੰ ਅਸ਼ਟਾਵਕਰ ਜੀ ਕਹਿੰਦੇ ਹਨ, ਰਾਜਨ 8 ਸਾਲ ਹੋ ਗਏ, ਤੇਰੇ ਮਨ ਦੇ ਉੱਪਰ ਇਸ ਗੱਲ ਦਾ ਗਹਿਰਾ ਅਸਰ ਹੈ, ਪਰ ਕੋਈ ਇਹੋ ਜਿਹਾ ਲੇਖ ਸੀ ਜਿਸ ਕਰਕੇ ਤੇਰਾ ਰਾਜ ਜ਼ਰੂਰ ਖੁੱਸ ਜਾਣਾ ਸੀ, ਪਰ ਤੂੰ ਸੰਤ ਸੇਵੀ, ਧਰਮਾਤਮਾ, ਨਿਰੰਕਾਰੀ, ਜਿਹੇ ਜਿਹੇ ਰਾਜਾਂ ਵਿੱਚ ਚੰਗੇ ਗੁਣ ਚਾਹੀਦੇ, ਪ੍ਰਜਾ ਪਾਲਕ ਆਦਿ ਉਹ ਪਾਏ ਜਾਂਦੇ ਹਨ। ਇਸ ਕਰਕੇ ਉਹਨਾਂ ਨੇ
तेरा सुपने विच ही भुगताता, पर 8 साल तेरे मन के उपर ਉਹਦਾ असर जरूर रहा। इन्नी गल सारी संगत जो अष्टावक्र ने कही। राजा जनक चाਹੁੰਦਾ ਸੀ मैं उसनों गुरु धारण करांगा, ਜਿਹੜਾ इतनी जल्दी मैनू ज्ञान कर देवे। घोड़े के रकाब विच पैर पाया, वो काठी ते बैठदियां इतनी जल्दी ज्ञान कर दे, मैं उसनों गुरु धारण करांगा। हो सकता है अगर उत्तम अधिकारी हो शासन कोई आश्चर्य बात नहीं। राजे ने कहा चंगा, अगर तू ऐसा चाहना है चल यूँ कर, घोड़ी की रकाब पैर पा के खा। ऐसा ही किया। उस तो पहला कह लगे हूँ दस, जिसने गुरु धारण करना होंगे उसने गुरु की दक्षिणा की देनी होंगी है। ये दस शास्त्र की कहता है। कहने तन मन धन सब सौंप गुरु को हुक्म मनीए पाइए। तन मन धन गुरु की भेंट चाड़ दिए तां जाके प्रभु प्राप्ति होंदी है। गुरां नूं मना लिए तन मन धन देवे, मना लिए तन मन धन देवे, मना लिए राजे जनक नूं पुछया, अगर तू ज्ञान चाहना है कि हम दस गुरु दक्षिणा की हुंदी है। शास्त्रकार की कहते हैं, वो कहते हैं तन मन धन सब गुरु की भेंट चाड़ दो। कहणगे फिर कर अर्पण, तन भी मन भी धन भी। धन दे समेत राज भाग तेरा कुछ नहीं, यदि हंगता छड़। शरीर भी तेरा नहीं, यदि हंगता ते ममता छड़। मन भी तेरा नहीं, मन कहते हैं फुरने ने, वो भी तेरा नहीं, वो भी हंगता ममता छड़। ये जदों ये भेंट चाड़तियां, बाकी अद्धे श्लोक विच उसनूं ज्ञान कर दिता संसार मिथ्या है, आत्मा सत है, जीव आत्मा परमात्मा स्वरूप। अद्धे श्लोक विच शासन उसनूं इन्ना चिर च ज्ञान हो गया सी। वो राजा जनक सी, उत्तम अधिकारी जिहड़ा हुंदा है उसनूं ज्ञान होने वास्ते देर नहीं लगती। जिहड़े कनिष्ठ हैं वो बड़ा वक्त लगता है। इस करके उस राजा जनक की बाबत भाई गुरदास कहते हैं, माया विच उदासी गुरमुख प्यारा, गुरमुख प्यारा, माया विच उदासी गुरमुख प्यारा, गुरमुख प्यारा,
भगत बड़ा राजा जनक है, गुरमुख माया विच उदासी। यूँ औरू कहंदी है भाई वाला, मैं मिथिलापुरी दे विच रहिंदा सी, जिथे दा राजा जनक राजा भी सी और ब्रह्म ज्ञानी भी सी। शासन के प्रसंग कल फिर इत्थों शुरू किया जाएगा। हुण गज वज के पहले आनंद साहब विच बोलो सारी संग, उस तो बाद गुरु स्त्रोत्र विच बोलांगे, फिर अरदास होएगी, फिर हुक्मनामा सुन के प्रसाद लेके चाले पाउण दी खेचल करो। रामकली महला तीजा नंद एक ओंकार सतगुर प्रसाद, नंद पिया सुन मेरी ये माए, सतगुरु पाया धन है धन है धन है गुरु नानक साहिब धन है।
श्री भगवती जी सहाय वार श्री भगवती जी की पातशाही दसवीं। प्रथम भगवती सिमर कै गुरु नानक लई ध्याए, फिर अंगद गुर ते अमरदास रामदासे हुई सहाय। अर्जन हर गोबिंद नू सिमरो श्री हर राय, श्री हर कृष्ण ध्याइए जिस डिठे सब दुख जाए। तेग बहादुर सिमरिए खर नौ निद आवे धाए, सब थाई होए सहाय। दसवें पातशाह श्री गुरु गोबिंद सिंह साहिब जी सब थाई होए सहाय। श्लोक महला दूजा। आपे जाने करे आप, आपे आने रास, तिसे अग्गै नानका खलै कीचै अरदास। सत श्री अकाल पुरख जी का ध्यान, तरके खालसा साहिब बोलो जीवा। दसां पातशाहियां दी जो श्री गुरु ग्रंथ साहिब जी दे पाठ, दर्शन दीदार दा ध्यान, तरके खालसा साहिब बोलो जीवा। चार साहिबजादे पंज प्यारे, 40 मुक्ते पंजा तख्तां, सरबत गुरद्वारियां दा ध्यान, तरके खालसा साहिब बोलो जीवा। जिन्ना गुरमुखां नाम जपिया बंड छकिया, धर्म है सीस दिते चरखियां ते चढ़े, बंद बंद कुटवाए सिदक नहीं हारिया। तिन्ना सचियारियां प्यारियां सिदकवान, सिखां दी कमाई दा ध्यान, तरके खालसा साहिब बोलो जीवा। सिखां दा मन नीवा मत ऊंची, मत पत का राखा आप, काल पुरख वाहिगुरु सिखां नू सिखी दान।
ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਸੱਚੇ ਪਾਤਸ਼ਾਹ ਸਿੱਖੀ ਸਿਧ, ਕੇਸਾਂ ਸਵਾਸਾਂ ਸੰਗ ਨਿਭਾਉਣਾ। हे ਕਰਣਾ ਨਿਧਾਨ ਸਤਿਗੁਰੂ ਜੀਓ, ਆਪ ਜੀ ਦੇ ਹਜ਼ੂਰ ਦੀਵਾਨ ਸਜਾਏ ਹਨ, ਕੀਰਤਨ ਬਖਿਆਨ ਹੋਏ ਹਨ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ, ਅੱਗੇ ਵਾਸਤੇ ਸੁਧ ਸਪਸ਼ਟ, ਕੀਰਤਨ ਬਖਿਆਨ ਕਰਨ ਦਾ ਵੱਲ ਬਖਸ਼ੋ। हे ਮਿਹਰਬਾਨ ਗੁਰਬਾਣੀ ਦੁਆਰਾ ਵਿਚਾਰਾਂ ਕੀਤੀਆਂ ਹਨ, ਇਹਨਾਂ ਦਾ ਪ੍ਰਭਾਵ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਓ। ਆਈ ਸੰਗਤ ਦੀ ਹਾਜ਼ਰੀ ਆਪ ਜੀ ਦੇ ਦਰ ਤੇ ਪ੍ਰਵਾਨ ਕਰੋ, ਨਾਮਦਾਨ ਸਿੱਖੀ ਦਾਨ ਭਰੋਸਾ ਬਖਸ਼ੋ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਭੋਗ ਲਾਓ, ਸੀਤ ਪ੍ਰਸ਼ਾਦ ਸਾਧ ਸੰਗਤ ਕੋ ਮਿਲੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਤੋਂ ਬਚਾ ਕੇ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਦੀ ਪ੍ਰੀਤ ਬਖਸ਼ੋ। ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ, ਅੱਠੇ ਪਹਿਰ ਚਿਤ ਆਵੇ। ਕਲਾ ਵਾਹਿਗੁਰੂ ਜੀ ਕੀ ਵਰਤੇ, ਧੰਨ ਗੁਰੂ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਬੋਲੇ।